आपके सपनों के घर को और सुंदर बनाने के लिए यूनिक डेकोर और यूनिक सैनिटेशन लेकर आया है एक कंप्लीट बाथरूम डेस्टिनेशन शोरूम। एक से एक डिजाइन और टिकाऊ सामान, नल, पाइप, कंप्लीट बाथरूम सेट किफायती दामों में जैकवार, एस्को, प्राजो, आर्टिज के ब्रांड उपलब्ध हैं। हमारा पता यूनिक डेकोर्स, पार्वती शॉपिंग आर्केड, शॉप नंबर 4 एंड 44 GT रोड, आश्रम मोड़, आसनसोल। दूसरा पता यूनिक सैनिटेशन 82 NS रोड, आसनसोल। संपर्क नंबर 943404247603 4123 00062। ਐਤਵਾਰ ਦੇ ਦਿਨ ਆਸਨਸੋਲ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਗੋਬਿੰਦ ਨਗਰ ਖਾਲਸਾ ਸਿੱਖ ਸੰਗਤ ਗੁਰਦੁਆਰਾ ਵਿਖੇ ਕੀਤੀ ਗਈ। ਇਸ ਬੈਠਕ ਦੇ ਵਿੱਚ ਆਉਣ ਵਾਲੇ ਉਪਰਾਲਿਆਂ ਦੇ ਉੱਤੇ ਰੂਪਰੇਖਾ ਤਿਆਰ ਕੀਤੀ ਗਈ ਅਤੇ ਖਾਸ ਕਰਕੇ ਖਾਲਸਾ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹਰਪਾਲ ਸਿੰਘ ਜੌਹਲ ਅਤੇ ਉਹਨਾਂ ਦੇ ਸਾਥੀਆਂ ਦੇ ਨਾਲ ਇਹ ਬੈਠਕ ਵੀ ਹੋਈ। ਆਉਣ ਵਾਲੇ ਸਮੇਂ ਦੇ ਵਿੱਚ ਆਸਨਸੋਲ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵੇਂ ਰਲ ਕੇ ਇਸ ਇਲਾਕੇ ਦੇ ਸਿੱਖ ਮਸਲਿਆਂ ਉੱਤੇ ਗੱਲਬਾਤ ਅਤੇ ਗੁਰਮਤਿ ਦੇ ਪ੍ਰਚਾਰ ਸਮਾਗਮਾਂ ਦੀ ਉਡੀਕ ਕਰਨਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੇ ਹੱਕ ਦੇ ਲਈ ਇਹ ਸੰਸਥਾਵਾਂ ਆਵਾਜ਼ ਚੁੱਕਦੀਆਂ ਰਹਿਣਗੀਆਂ। ਆਸਨਸੋਲ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਸਾਰੇ ਹੀ ਪਤਵੰਤ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਗੁਰਨਾਮ ਸਿੰਘ ਸ੍ਰੀਪੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਜ ਅਸੀਂ ਆਸਨਸੋਲ ਸੈਂਟਰ ਕਮੇਟੀ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੇ ਹੋਏ ਹਾਂ ਔਰ ਬਹੁਤ ਦਿਨਾਂ ਤੋਂ ਜੁੜੇ ਹੋਏ ਹਾਂ। ਜੁੜਦੇ ਆਪਣੇ ਕੰਮ ਕਰਦੇ ਆ ਰਹੇ ਹਾਂ। ਅਸੀਂ ਉਹਨਾਂ ਦੇ ਨਾਲ ਹੀ ਕੰਮ ਕਰ ਰਹੇ ਹਾਂ। ਅਸੀਂ ਬਰਾਬਰ ਉਹਨਾਂ ਦੇ ਨਾਲ ਕੰਮ ਕੀਤਾ ਹੈ ਔਰ ਕਰਦੇ ਜਾ ਰਹੇ ਹਾਂ। ਸੈਂਟਰ ਕਮੇਟੀ ਆਸਨਸੋਲ ਵਾਲਿਆਂ ਦੀ ਸਾਡੇ ਉੱਤੇ ਬੜੀ ਮਿਹਰਬਾਨੀ ਹੈ, ਜਿਹੜੇ ਸਾਡੇ ਨਾਲ ਸਾਨੂੰ ਆਪਣੇ ਸਹਿਯੋਗ ਦੇ ਨਾਲ ਰੱਖਿਆ ਔਰ ਆਪਣੇ ਨਾਲ ਕੰਮ ਕਰਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਵਰਨ ਸਿੰਘ ਬੌਲਾ ਦਾ ਰਹਿਣ ਵਾਲਾ ਹਾਂ। ਬੌਲਾ ਗੁਰਦੁਆਰੇ ਦੇ ਨਾਲ ਆਸਨਸੋਲ ਸੈਂਟਰ ਕਮੇਟੀ ਦੇ ਨਾਲ ਜੁੜਿਆ ਹਾਂ ਔਰ ਇਸ ਤਰ੍ਹਾਂ ਜੁੜਿਆ ਵੀ ਰਹਾਂਗਾ, ਅੱਗੇ ਵਾਸਤੇ ਵੀ ਜੁੜਾਂਗਾ ਔਰ ਹੋਰ ਵੀ ਕੋਈ ਸੇਵਾ ਜੋ ਵੀ ਹੋ ਮੇਰੇ ਲਾਇਕ ਮੈਂ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗਾਈਘੱਟੇ ਤੋਂ ਸੋਨਾ ਸਿੰਘ, ਗਾਈਘੱਟੇ ਗੁਰਦੁਆਰੇ ਦਾ ਜਨਰਲ ਸੈਕਟਰੀ ਹਾਂ। ਮੈਂ ਆਸਨਸੋਲ ਸੈਂਟਰ ਗੁਰਦੁਆਰਾ ਕਮੇਟੀ ਦਾ ਮੈਂਬਰ ਵੀ ਹਾਂ ਅਤੇ ਮੈਂ ਸਰਦਾਰ ਜਗਜੀਤ ਸਿੰਘ ਨੂੰ ਪੂਰਾ ਸਪੋਰਟ ਕਰਦਾ ਹਾਂ। ਅਤੇ ਮੈਂ ਆਪਣੇ ਵੱਲੋਂ, ਆਪਣੇ ਗਾਈਘੱਟੇ ਗੁਰਦੁਆਰੇ ਵੱਲੋਂ ਆ ਵੀ ਕਹਿਣਾ ਚਾਹੁੰਦਾ ਵਾਂ ਕਿ ਆਸਨਸੋਲ ਸੈਂਟਰ ਕਮੇਟੀ ਨੂੰ ਅਸੀਂ ਪਹਿਲਾਂ ਵੀ ਸਪੋਰਟ ਕਰਦੇ ਸੀ, ਹੁਣ ਵੀ ਸਪੋਰਟ ਕਰਦੇ ਹਾਂ ਅਤੇ ਹਮੇਸ਼ਾ ਸਪੋਰਟ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦਾਸ ਸੁਰਿੰਦਰ ਸਿੰਘ ਛਾਬੜਾ, ਆਸਨਸੋਲ ਸੈਂਟਰਲ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਅਤੇ ਮਈ ਜਾਮ ਚਿੱਤਰੰਜਨ ਗੁਰਦੁਆਰੇ ਦੇ ਮੁੱਖ ਸੇਵਾਦਾਰ ਰਹੇ। ਆਪ ਜੀ ਦੇ ਸਾਹਮਣੇ ਅਸੀਂ ਅੱਜ ਇੱਥੇ ਹਾਜ਼ਰ ਹੋਏ ਹਾਂ ਸਾਰੀ ਸੰਗਤਾਂ ਦੇ ਨਾਲ। ਅਸੀਂ ਆਪ ਜੀ ਨੂੰ ਇਸ ਚੀਜ਼ ਦੀ ਜਾਣਕਾਰੀ ਦੇ ਰਹੇ ਹਾਂ ਕਿ ਸਿੱਖ ਸੰਗਤ ਨੂੰ ਅੱਜ ਦੀ ਡੇਟ 'ਚੋਂ ਸਾਰਿਆਂ ਨੂੰ ਇਕਜੁੱਟ ਹੋ ਕਰ ਇੱਕ ਨਾਲ ਸਿੱਖ ਪੰਗਤ ਵਾਸਤੇ, ਸਿੱਖ ਸੰਗਤ ਵਾਸਤੇ ਅੱਗੇ ਵਧਣ ਵਾਸਤੇ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈਗੀ ਹੈ। ਅਸੀਂ ਇਹਨਾਂ ਨਾਲ ਹਾਂ ਔਰ ਹਮੇਸ਼ਾ ਨਾਲ ਰਵਾਂਗੇ ਔਰ ਇਹਦੇ ਨਾਲ ਜੇਕਰ ਸਿੱਖ ਸੰਗਤ ਦਾ ਭਲਾ ਹੋਵੇ ਔਰ ਸਿੱਖ ਸੰਗਤ ਹੋਰ ਅੱਗੇ ਜਾ ਸਕੇ, ਸਾਡੇ ਪ੍ਰਬੰਧਕ ਅੱਗੇ ਜਾ ਸਕਣ, ਅਸੀਂ ਸਿੱਖ ਸੰਗਤ ਦਾ ਹੋਰ ਭਲਾ ਕਰ ਸਕੀਏ, ਇਸ ਵਾਸਤੇ ਅਸੀਂ ਹਮੇਸ਼ਾ ਪ੍ਰਤਨਸ਼ੀਲ ਰਵਾਂਗੇ ਔਰ ਅੱਗੇ ਵੀ ਕੰਮ ਕਰਦੇ ਰਵਾਂਗੇ।
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਈਸਟਰਨ ਰੀਜਨ ਵੱਲੋਂ ਅਸੀਂ ਆਸਨਸੋਲ ਸੈਂਟਰ ਕਮੇਟੀ ਦਾ ਤਹਿ ਦਿਲ ਤੋਂ ਅਸੀਂ ਸਤਿਕਾਰ ਕਰਦੇ ਹਾਂ ਔਰ ਅਸੀਂ ਉਹਨਾਂ ਦੇ ਨਾਲ ਹਾਂ, ਕਿਉਂਕਿ ਇੰਨਾ ਸੋਹਣਾ ਕੰਮ ਕਰ ਰਹੇ ਹਨ। ਸਾਨੂੰ ਕਈ ਵਾਰੀ ਹੈਲਪ ਵੀ ਮਿਲਦੀ ਹੈ, ਇਹਨਾਂ ਕੋਲ ਬਹੁਤ ਤਰ੍ਹਾਂ ਦੀ ਸਾਨੂੰ ਹੈਲਪ ਮਿਲਦੀ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋ ਹੈ ਹਮੇਸ਼ਾ ਆਸਨਸੋਲ ਸੈਂਟਰ ਕਮੇਟੀ ਦੇ ਨਾਲ ਹੀ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अंडाल गुरुद्वारा के प्रधान साहब जी सरदार हरदेव सिंह जी, मैं सिख वेलफेयर सोसाइटी और आसनसोल सेंट्रल गुरुद्वारा प्रबंधक कमेटी वालों सरदार हरदेव सिंह को श्रद्धांजलि अर्पित करता हूँ और आस करता हूँ कि वह गुरु गोदाम की आत्मा शांति प्रदान करे ताकि परिवार सुख शांति बीते। ये मेरा कहना है। सिख वेलफेयर सोसाइटी और आसनसोल सेंट्रल गुरुद्वारा प्रबंधक कमेटी मैनू आज तक जिन्नी भी सेवा दी गई है असी अपनी पूरी लगन मेहनत धन सेवा करते हैं। आशा करते हैं कि सेवा करते हुए सिख समाज को और काफ़ी उत्ते तक कहीं ले जाएंगे। जोड़े पिछड़े हुए सिख आ उन्होंने भी अं अपनी सहायता प्रदान करके अपने नाल जुड़ांगे। श्री वाहिगुरू जी का खालसा वाहिगुरू जी की फतेह। सेवा करना अपने सिख भाईचारे सिख सिख धर्म अगे ले जाने वास्ते सानू सारे सेवावां बख्शियां। आज तो करीब 2 साल पहले गोविंद नगर गुरुद्वारा साहब विखे आसनसोल सेंट्रल गुरुद्वारा प्रबंधक कमेटी का निर्माण होया सी, बनतर हुई सी। इलाके में जितनियां भी सिख संगतां रहंदियां ने, भावें वो छोटे इलाके तो हों भावें बड़े शहर तो हों, सारे इलाके के गुरुद्वारा साहब उन्होंने सेवादार ने सारिया संगतां ने थापड़े दे के सेंट्रल आसनसोल सेंट्रल गुरुद्वारा प्रबंधक कमेटी को अपना सहयोग अपना समर्थन दिता है। अगों भी असी इस तरह का ही समर्थन जरूर देवांगे। कई काम साढ़े समाज के करने बाकी हैं, बहुत सारी जिम्मेवारियां हैं। असी आस करते हैं जिन्हां जिम्मेवारियां को संगतां ने साढ़े सारियां दे सिर विच रखिया है। असी ऐसे काम करिए आपसी भाईचारे नाल पूरे इलाके विच सिखां दी चढ़ती कला वास्ते, सिख की सभ्याचार वास्ते, अपने सिख के धर्म वास्ते इस पूरे इलाके में ऐसे काम जरूर करिए। आसनसोल सेंट्रल गुरुद्वारा प्रबंधक कमेटी के जेड़े भी प्रोग्राम असी बढ़ चढ़ के हिस्सा लवांगे उन्होंने सफल करके असी अपना योगदान देवांगे। वाहिगुरू जी का खालसा वाहिगुरू जी। जितने भी अधिकारी हैं मैं सारे जी आए थे ना साड़ी आसनसोल सिख सेंट्रल गुरुद्वारा प्रबंधक कमेटी बनी है। इस एरिए के करीब 90-95% गुरुद्वारा है बनी हुई है। साढ़े सोसाइटी बनाने का संगठन बनाने का एको एम सीगा कि साढ़े जितने भी गुरुद्वारे हैं बड़े गुरुद्वारे और छोटे गुरुद्वारे कोई ना कोई किसी भी प्रॉब्लम चलती रहती है। असं आपस में एकजुट होकर रवांगे, एकजुट होकर से मिल के रहने तो उन्होंने प्रॉब्लम ट्रांसफॉर्म करने की कोई मतलब साना दिक्कत नहीं आई। कोई ऐसा काम किया चिकन पहले गया वगैरह सारे साथे होती सी और जाए वक्त सामने हिंदू धर्म के सामना उन्होंने सर्टिफिकेट आता सी लेना पड़ता सीगा। वो वक्त पंजाब गवर्नमेंट कलकत्ते गवर्नमेंट मतलब है उन्हें प्रोग्राम पास हुआ सी जो भी ऐसी प्रोग्राम करने हैं साढ़ा आनंद कार्य जो होता है वो वक्त गवर्नमेंट काफ़ी आगे बढ़ गई है। करीब 90% साढ़े वो प्रॉब्लम सॉल्व हो चुकी है। आज का एक नवा प्रोग्राम आया है यूसीसी का ये सेंट्रल मतलब क्या चल है यूनिवर्सल सिविल कोड का एक्चुअली साढ़े वास्ते एक कुछ नहीं बनाया है यूनिवर्सल सिविल कोड जो बनाया है उन्होंने अपने हिसाब से सारे चैनल के तो साढ़ा सिख धर्म अलग है ऐसे अपने धर्म में छाड़ के ओला कभी ऐसे एडोप्ट नहीं करेंगे। हर एक जगह विरोध हो गया है। उम्मीद है सारे इकट्ठे होकर जाओगे
ਤੇ ਇਹਦੇ ਵਿੱਚ ਕੈਮਰਾ ਘੁਮਾ ਵੀ ਦਿਓ ਸੰਗਤ ਵੱਲ। ਸਾਡੇ क्योंकि पटना साहब तो फिर मनोनीत हुए हैं। मैं सरदार मनजीत सिंह जी ते सरदार निर्मल सिंह जी कमांडो भी ये दोवें वीर आन ते उन्होंने स्वागत के तौर पर जी आने के तौर पर उन्होंने स्वागत किया जाए। इस तो अगली कार्रवाई जी है आप जी को दसी जाएगी। सरदार हरपाल सिंह जी जाओ। गुरु दरबार में बैठी हुई साध संगत की फतेह बुलाओ। वाहिगुरू जी का खालसा वाहिगुरू जी की फतेह। बड़े कर्मा भागाले तो जेड़े गुरु के घर कदम कदम चल के आए, जो गुरु महाराज ने सारा कदम कदम लिखे लाए। और अज असी सारे एकत्र हुए हैं सिख समाज के कुछ मुद्दों को लैके। असी आपको अपने विचार रखने हैं। कुछ कुछ गल्लां इस तरह भी है जिहड़ियां कुछ कुछ गुरुद्वारे दे विच जिहड़ियां तुसीं देखदे जो कुछ जबरदस्ती के हिसाब नाल जिहड़े कोटां दे विच की चल रहे हैं, ये बड़े मतलब एक साडी समाज की जो असीं जाके कोल खड़े होंदे हैं तो समाज की बहुत वड्डी बेइज्जती होंदी है। ये चीज़ नहीं होनी चाहिए। और मैं अज सारी संगत को बेनती करता है, हो सकता साडे को भी कुछ गलतियां हो जाती है। बंदा जिहड़ा गलतियां का पुतला है, संगत को माफ कर सकती। और जिथे जिथे भी केस चल रहे हैं उत्थे उत्थे साडे समाज नूं, हर बच्चे बच्चे नूं, हर सिख नूं उन्हां चीज़ां दा विरोध करना चाहिए। केसां का जो लफड़ा चल रहा गुरुद्वारे के इसकी हमेशा निंदा करनी चाहिए है। और असं भी केसां के गए हैं, लेकिन साड़ी भी बात की सुनती है जोड़ा सानू जाके कोर्टां दे विच जाके खड़े होना पै रहा। गुरुद्वारे के केसां ते गुरुद्वारे के विच असीं आउणा वा सेवा करना ते सेवा भावना। असीं कोई भी आदमी जो गुरुद्वारा साहब सेवा भावना नाल जांदा ते उहनूं कोर्टां दा रास्ता नहीं ढूंढना चाहिए। आसनसोल सेंट्रल गुरुद्वारा प्रबंधक कमेटी, सिख वेलफेयर सोसाइटी और आज खासकर खालसा सेंट्रल कमेटी जिन्हों के प्रेसिडेंट हरपाल सिंह जौहर सारा की एक मीटिंग इतने हो गई है। बड़ी खुशी की गल है। अज तो 3 साल पहला इस जगह असी आसनसोल सेंट्रल गुरुद्वारा प्रबंधक कमेटी की कमेटी का गठन किया है। इन्हां 3 सालों के समाज के जिहड़ी भी जरूरतां सीगियां उन्हां वास्ते साडी सेंटर कमेटी हर गुरुद्वारा साहब, हर सिख कौम, हर बंदे की जिथे भी कितने जरूरत पई आ असीं हाजिर होए। करोना काल दे विच भी जदों लोड़ पई उदों सुखने राशन तो लैके ऑक्सीजन तक असीं घर घर पहुँचाए। उस तो बाद किसी गुरुद्वारे साहब अगर किसी चीज़ की लोड़ आ उत्थे भी पूरा कोशिश करके उत्थे भी पहुँचने की कोशिश की। इस करके जिहड़ियां भी कमेटियां बनदियां हैं वो समाज की सेवा वास्ते, सिख कौम के भले वास्ते बनदियां हैं। साडे गुरुआं ने सानू सिखाया ही है सेवा करना। असी सेवादार हाँ, कितों भी असीं गद्दीदार नहीं, गलतियां करते हैं। तो अज का जिहड़ा मेन मकसद है मीटिंग का कि कोई दिन तो मीटिंग नहीं हुई सी। इस विच असीं हरपाल सिंह जौहर जी जिहड़े तख्त श्री हरिमंदर जी पटना साहब के मैंबर भी ने, तो इत्थों लैके पंजाब तक अपने कामाकार करके समाज की सेवा करके जान पछाण भी हैगी आ। असीं मैं ते निर्मल सिंह उन्हां दे कोल 3-4 दिन पहला गए सीगे ते समाज के काम वास्ते। फिर असीं सुरजीत सिंह मक्कड़ जी
ਜਿਹੜੇ ਸਿੱਖ ਵੈਲਫੇਅਰ ਸੁਸਾਇਟੀ ਸੈਂਟਰ ਕਮੇਟੀ ਦੇ ਸਾਡੇ ਆਗੂ ਹਨ, ਉਹਨਾਂ ਦੇ ਨਾਲ ਬਹਿ ਕੇ ਅਸੀਂ ਮੀਟਿੰਗ ਕੀਤੀ ਕਿ ਜਿਹੜੇ ਸਮਾਜ ਦੇ ਕੰਮ ਹਨ ਉਹ ਇਕੱਠੇ ਮਿਲ ਕੇ ਕਰੀਏ, ਇਕੱਠੇ ਰਹਿ ਕੇ ਹੀ ਅਸੀਂ ਸਮਾਜ ਨੂੰ ਅੱਗੇ ਕਰ ਸਕਦੇ ਹਾਂ। ਤੇ ਇਸ ਕਰਕੇ ਫਿਰ ਅੱਜ ਉਹਨਾਂ ਦਾ ਵੀ ਸੈਂਟਰਲ ਆਸਨਸੋਲ ਸੈਂਟਰ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਆ, ਉਹ ਆਏ ਆ। ਹੁਣ ਗਾਂ ਜਿਹੜੇ ਆਪਾਂ ਕੰਮ ਕਰਨੇ ਆ ਉਹਦੇ ਵਿੱਚ ਮੇਨ ਇੱਕ ਮੁੱਦਾ ਜਿਹੜਾ ਇਹ ਸਾਡੇ ਦੁਰਗਾਪੁਰ ਦੇ ਜਗਦੀਸ਼ ਸਿੰਘ ਜੀ ਅੱਜ ਹੋ ਰਹੇ ਸੀਗੇ, ਤੇ ਬੜਾ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਗੁਰਦੁਆਰਾ ਸਾਹਿਬ ਹੋ, ਸਕੂਲ ਹੋ, ਜਦੋਂ ਬਣਾਇਆ ਜਾਂਦਾ ਆ ਬੜੀ ਮਿਹਨਤ ਨਾਲ ਬਜ਼ੁਰਗ ਇੱਕ ਰੁਪਇਆ ਇਕੱਠਾ ਕਰਕੇ ਬੜੀ ਸਰਦਾ ਭਾਵਨਾ ਨਾਲ ਉਹ ਕੰਮ ਕਰਦੇ ਆ। ਉਹ ਸਕੂਲ ਵੀ ਜਦੋਂ ਬਣਾਇਆ ਗਿਆ ਕਿੰਨੀ ਮਿਹਨਤ ਨਾਲ ਕਿੰਨਾ ਕੁਝ ਕਰਕੇ ਇੱਕ ਵੱਡਾ ਸਕੂਲ, ਇੱਕ ਨਾਮੀ ਸਕੂਲ ਸਾਡੇ ਦੁਰਗਾਪੁਰ 'ਚ ਬਣਿਆ। ਪਰ ਜਦੋਂ ਕੋਈ ਰਾਜਨੀਤੀ ਕਰਕੇ, ਚਾਹੇ ਬੇਈਮਾਨੀ ਕਰਕੇ ਉਸ ਵਿੱਚ ਜ਼ਬਰਦਸਤੀ ਕਬਜ਼ਾ ਕਰਦਾ ਹੈ ਤੇ ਬਹੁਤ ਨਿੰਦਾਯੋਗ ਕੰਮ ਹੈ। ਸੰਗਤ ਜਿਹਨੂੰ ਚਾਹੇ ਉਹਨੂੰ ਬਣਾਵੇ, ਇਹਦੇ ਵਿੱਚ ਕੋਈ ਹਰਜ ਨਹੀਂ ਗਾ। ਬਸ ਆਪਣੀ ਰਾਜਨੀਤੀ ਰਾਹੀਂ ਆਪਣੇ ਕੋਟਾਂ ਕਚਹਿਰੀਆਂ ਦੇ ਵਕੀਲਾਂ ਦੇ ਨੇਤਾ, ਜਿਹੜੇ ਨੇਤੇ ਆ, ਉਹਨਾਂ ਦੀ ਹੈਲਪ ਲੈ ਕੇ ਅਗਰ ਕਿਸੇ ਕਮੇਟੀ ਨੂੰ ਉਤਾਰ ਕੇ ਆਪ ਬਹਿਣਾ ਹੋਵੇ, ਇਹ ਬਹੁਤ ਗਲਤ ਗੱਲ ਹੈ। ਬੋਲੇ ਸੋਨਿਹਾ, ਬੋਲੇ ਸੋਨਿਹਾ, ਬੋਲੇ ਸੋਨਿਹਾ, ਬੋਲੇ ਸੋਨਿਹਾ। ਵਾਹਿਗੁਰੂ ਜੀ ਕੀ ਫਤਿਹ। ਅੱਜ ਥੋੜਾ ਸਟੇਜ ਤੇ ਕੰਮ ਵੀ ਬਹੁਤ ਹੋਣਾ, ਆਪਣੇ ਕੋਲ ਆਪਣਾ ਪ੍ਰੋਗਰਾਮ ਨਹੀਂ ਹੁੰਦਾ। ਫੈਸਿਲਿਟੀ नहीं मिलेगी तो फिर बना के फायदा की, कोई फायदा नहीं। ये तो फिर मोनोपोली है, ये तो मेरी अपनी चीज होगी। तो मेरी हाथ जोड़ के विनती है, कोई भी प्रधान, कोई भी बंदा जो पढ़े, कम से कम संगत का कुछ भला करो और संगत को नाम लेके चलो। वाहिगुरू जी का खालसा, वाहिगुरू जी। बोले सोनिया। ਅਸੀਂ मेरे को पहला मेरे वीरां ने सारिया ही गल्लां विस्तार को आप सारे सज्जणों को समझाइया। आज असी खास करके सिख वेलफेयर सोसाइटी और आसनसोल सेंटर गुरुद्वारा प्रबंधक कमेटी की जिहड़ी कॉल सीगी, जिहड़ा सदा पत्र सीगा, ਉਹਦੇ ਨਾਲ एक जुटता दिखाने वास्ते अपने सज्जणा मित्रां नूं नाल लैके, अपने हम ख्यालां नूं नाल लैके खालसा सेंटर गुरुद्वारा प्रबंधक कमेटी का बैनर लैके असीं गुरु की हाज़री विच आप जी के कोल आए। ਇਹਦਾ मकसद सिर्फ इको ही आ कि साड़ी कौम को अज सब कुछ है, साड़ी कौम को सरमाया है, सरदारियां हैं, उच्चियां पदवियां हैं, पर साड़ी कौम को एका नहीं है। और एके वास्ते जतन भी बहुत घट लोग करते हैं। वो गुरु की मेहर और धनता के योग ने ਜਿਹੜੇ ਆਪਣੇ ਭਰਾਵਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਨੇ। ਗੁਰੂ ਉਹਨਾਂ ਤੇ ਜ਼ਰੂਰ ਉੱਠ ਕੇ ਉਹਨਾਂ ਦੀ ਚੜ੍ਹਦੀ ਕਲਾ ਕਰਦਾ ਹੈ। ਇਸ ਮੁੱਦੇ ਤੇ ਵੀ ਮੇਰੇ ਬੜੇ ਪਿਆਰੇ ਸਾਥੀ ਔਰ ਛੋਟੇ ਵੀਰ ਮਨਜੀਤ ਸਿੰਘ ਔਰ ਨਿਰਮਲ ਸਿੰਘ ਹੋਣਾ ਨੇ ਬੜੀ ਵੱਡੀ ਕੋਸ਼ਿਸ਼ ਕੀਤੀ। ਲਗਾਤਾਰ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ, ਔਰ ਗੁਰੂ ਸਾਹਿਬ ਦੀ ਕਿਰਪਾ ਹੋਈ कि अज असीं सारे इकट्ठे हाँ। सरदार सुरजीत सिंह जी मक्कड़ साहब, साडे जगदीश सिंह जी दुर्गापुर तो, साडे बड़े पुराने मित्र ने, साडियां लगातार साझां बहुत पुरानियां ने। तरसेम सिंह जी होनी हुणे हुणे बोल के गए ने, सुरेंद्र सिंह जी, वो जिहड़ियां गल्लां दा जिक्र कर रहे हैं, उदों अजे असीं बहुत छोटी उम्र च बहुत बड़े बजुर्गों के नाल काम करते रहे।
ਉਹਨਾਂ ਬਜ਼ੁਰਗਾਂ ਦੀਆਂ ਛਤਰ ਛਾਇਆ ਹੀ ਆ ਜਿਹੜਾ ਅੱਜ ਅਸੀਂ ਫਿਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਦੀਆਂ ਵੱਡੀਆਂ ਆਰਗੇਨਾਈਜੇਸ਼ਨਾਂ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਇਹ ਸਰਦਾਰ ਹਰਨੇਕ ਸਿੰਘ, ਸਰਦਾਰ ਸੱਜਣ ਸਿੰਘ ਹੋਣੀ, ਇਹ ਉਹਨਾਂ ਬਜ਼ੁਰਗਾਂ ਦੀ ਛਤਰ ਛਾਇਆ ਹੈ, ਉਹਨਾਂ ਤੋਂ ਸਿੱਖ ਕੇ ਅਸੀਂ ਗਾਹ ਆਏ। ਇਸ ਤਰ੍ਹਾਂ ਹੀ ਨਾ ਫੜਵਾਂ ਫੜਾਵਾਂ ਨਾਲ ਸੰਸਾਰ ਚੱਲਦਾ ਹੈ, ਪਰਿਵਾਰ ਵੀ ਚੱਲਦਾ ਹੈ। ਸਾਨੂੰ ਕਿਸੇ ਨੇ ਫੜ ਕੇ ਇਸ ਰਾਹ ਤੋੜਿਆ ਔਰ ਅਸੀਂ ਅੱਜ ਤੁਹਾਡੇ ਨਾਲ ਤੁਰ ਕੇ ਸਮਾਜ ਦੇ ਭਲੇ ਵਾਸਤੇ ਜੇ ਕੋਈ ਕੰਮ ਕਰਦੇ ਹਾਂ ਤੇ ਸਾਡੇ ਨਾਲ ਜਿਹੜੇ ਨੌਜਵਾਨ ਤੁਰਨਗੇ ਉਹਨਾਂ ਦੀ ਬਾਂਹ ਫੜ ਕੇ ਅਸੀਂ ਵੀ ਉਸ ਜਗ੍ਹਾ ਤੇ ਲਿਆਵਾਂਗੇ ਜਿੱਥੇ ਅੱਜ ਅਸੀਂ ਖੜੇ ਹਾਂ। ਇਹ ਸੰਸਾਰ ਦੀ ਰੀਤ ਆ। ਪਰ ਮੈਂ ਫਿਰ ਇੱਕ ਗੱਲ ਦੱਸਦਾ ਹਾਂ ਕਿ ਸਾਡੇ ਕੋਲ ਸਭ ਕੁਝ ਆ, ਪਰ ਬਹੁਤ ਘੱਟ ਲੋਕ ਐਸੇ ਨੇ ਜਿਹੜੇ ਏਕਤਾ ਕਰਾਉਂਦੇ ਨੇ। ਜਿਨ੍ਹਾਂ ਵੀ ਵੀਰਾਂ ਨੇ ਕਰਾਈ ਆ ਉਹ ਸਾਰੇ ਧੰਦਾ ਦੇ ਲੋਕ ਨੇ। ਮੇਰੇ ਨਾਲ ਮੇਰੇ ਸਾਥੀ ਜਿਹੜੇ ਚੱਲ ਕੇ ਆਏ ਨੇ, ਸਰਦਾਰ ਦਰਸ਼ਨ ਸਿੰਘ ਜੀ, ਸਾਡੇ ਭੋਲਾ ਭਾਜੀ, ਪਰਮਜੀਤ ਸਿੰਘ, ਮੇਰੇ ਬੜੇ ਪਰਮ ਮਿੱਤਰ ਜਸਵੰਤ ਸਿੰਘ, ਔਰ ਮੇਰੇ ਹੁਣੇ ਸਾਥੀ ਆਪਣੇ ਬੰਦਪੁਰ ਤੋਂ ਵੀ ਪਹੁੰਚੇ ਨੇ। ਬੰਦਪੁਰ ਕਮੇਟੀ ਜਿਹੜੀ ਹੁਣ ਚੱਲ ਰਹੀ ਹੈ ਉਹਦੇ ਵਿੱਚੋਂ ਵੀ ਆਏ ਨੇ ਅਨੂਪ ਸਿੰਘ, ਬਲਵੰਤ ਸਿੰਘ ਔਰ ਬੇਟਾ ਭਾਜੀ ਆਸਨਸੋਲ ਤੋਂ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਉਹ ਆ ਜਿਹੜੀ ਅਸੀਂ ਸਾਰੇ ਇੱਥੇ ਸੰਗਤ ਬੈਠੀ ਆ, ਆ ਜਿਹੜੇ ਸਾਡੇ ਸਿੰਘ ਬੈਠੇ ਨੇ, ਗੁਰੂ ਦੀ ਪਿਆਰੀ ਖਾਲਸਾ ਸੰਗਤ ਬੈਠੀ ਆ, ਇਹ ਇਸ ਇਲਾਕੇ ਦੀ ਕਰੀਮ ਬੈਠੀ। ਸਾਰੇ ਆਪੋ ਆਪਣੇ ਇਲਾਕਿਆਂ ਦੇ ਮੋਹਤਬਰ ਸੱਜਣ ਨੇ ਔਰ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਦੇ ਵਿੱਚੋਂ ਵੀ 25-25 ਸਾਲ ਕੌਮ ਨੂੰ ਦਿੱਤੇ ਨੇ। ਅਸੀਂ ਸਾਰੇ ਕੋਲ ਬੈਠੇ। ਦੇਖੋ ਜੀ, ਮਕਸਦ ਤੇ ਸਾਰਿਆਂ ਦਾ ਹੀ ਸੇਵਾ ਹੈ, ਪਰ ਸਾਡੇ 'ਚ ਵਿਵਾਦ ਕਦੋਂ ਖੜੇ ਹੁੰਦੇ ਨੇ? ਜੇ ਅਸੀਂ ਨਿਰਪੱਖਤਾ ਦੇ ਨਾਲ ਸੋਚੀਏ, ਯੋਗ ਜਗ੍ਹਾ ਤੇ ਯੋਗ ਸੱਜਣ ਬੈਠਣ, ਕੋਈ ਵਿਵਾਦ ਨਹੀਂ ਹੋਏਗਾ। ਹੁਣ ਅਸੀਂ ਗੱਡੀ ਚਲਾ ਕੇ ਆਏ ਹਾਂ, ਜੇ ਕੋਈ ਚਲਾਉਣੀ ਜਾਣਦਾ ਤੇ ਚਲਾ ਸਕਦਾ ਨਾ। ਜੇ ਕੋਈ ਚਲਾਉਣੀ ਨਹੀਂ ਜਾਣੇਗਾ ਉਹ ਫੜ ਲੇਗਾ ਤੇ ਉਹ ਆਪਣੇ ਆਪ ਦਾ ਵੀ ਨੁਕਸਾਨ ਕਰੇਗਾ, ਰੋਡ ਤੇ ਤੁਰੇ ਜਾਂਦੇ ਦਾ ਵੀ ਨੁਕਸਾਨ ਕਰੇਗਾ ਔਰ ਗੱਡੀ ਦਾ ਵੀ ਕੱਖ ਨਹੀਂ ਰਹੇਗਾ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਸਮਾਜ ਜੁੜੇ ਹੋਏ ਜਿਹੜੀ ਚਰਚਾ ਵੀਰ ਜੀ ਕਰਕੇ ਗਏ ਨੇ, ਸਮਾਜ ਉਹ ਲੋਕ ਲਲਾਹਿਤ ਹੋ ਕੇ ਅੱਗੇ ਆ ਜਾਂਦੇ ਨੇ ਜਿਨ੍ਹਾਂ ਨੂੰ ਨਾ ਤੇ ਸਮਾਜ ਦਾ ਪਤਾ ਹੈ ਔਰ ਨਾ ਸਿੱਖ ਫਲਸਫੇ ਦਾ ਪਤਾ ਹੈ। ਸਾਡਾ ਬਹੁਤ ਅਮੀਰ ਫਲਸਫਾ ਹੈ ਸਿੱਖਾਂ ਦਾ। ਸਾਡੇ ਕੋਲ ਹੀ ਸਿੱਖ ਸਿਆਸਤ ਤੇ ਧਰਮ ਇਕੱਠਾ ਹੈ, ਸਿਰਫ ਸਿੱਖ ਕੌਮ ਕੋਲ। ਔਰ ਇਹ ਵੀ ਇਕੱਠਾ ਕਿਹਨੇ ਕੀਤਾ? ਛੇਵੇਂ ਪਾਤਸ਼ਾਹ ਨੇ। ਕੋਈ ਦੂਜਾ ਤੀਜਾ ਕਰਦਾ ਤੇ ਭਾਵੇਂ ਲੋਕ ਮੁੱਕਰ ਜਾਂਦੇ। ਅੱਜ ਦੇ ਬੜੇ ਤਰਕਸ਼ੀਲ ਲੋਕ ਨੇ ਜਿਹੜੇ ਕਹਿੰਦੇ ਵੀ ਸਿਆਸਤ ਤੇ ਧਰਮ ਦਾ ਕੀ ਮੇਲ ਆ, ਪਰ ਇਹ ਮੇਲ ਤੇ ਹਰਗੋਬਿੰਦ ਸਾਹਿਬ ਨੇ ਕਰਕੇ ਦਿਖਾਤਾ ਔਰ ਸਿੱਖ ਸੰਗਤ ਅਜੇ ਤੱਕ ਇਕੱਠੀ ਚਲੀ ਆ ਰਹੀ। ਦੇਖੋ ਜੀ, ਇਹ ਅਕਾਲ ਤਖਤ ਸਾਹਿਬ ਦੀ ਹੀ ਕਿਰਪਾ ਹੈ। ਜਦੋਂ ਅਸੀਂ ਰਾਜ ਕਰੇਗਾ ਖਾਲਸਾ ਦਾ ਨਾਰਾ ਲਾ ਕੇ 12 ਮਿਸਲਾਂ ਬਣਾਈਆਂ ਫਿਰ ਇਕੱਠੀ ਹੋਈ ਤੇ ਰਾਜ ਕਾਮਯਾਬ ਹੋ ਗਿਆ। ਬਹੁਤ ਐਸੇ ਪ੍ਰਮਾਣ ਨੇ ਸਾਡੇ ਸਿੱਖ ਜਗਤ ਦੇ ਵਿੱਚ, ਜਦੋਂ ਕੌਮ ਦਾ ਏਕਾ ਬਣਿਆ ਉਦੋਂ ਕੌਮ ਦੀ ਬੁਲੰਦੀ ਹੋਈ। ਔਰ ਹੁਣ ਵੀ ਇਸ ਵਕਤ ਸਾਡੇ ਸਾਰੀ ਦੁਨੀਆ ਤੇ ਜਿੱਥੇ ਵੀ ਸਿੱਖ ਨੇ ਕੋਈ ਕਮੀ ਨਹੀਂ ਆ। ਇਹ ਇਕੱਠੇ ਹੋ ਕੇ ਏਕਾ ਸ਼ੁਰੂ ਕੀਤਾ ਹੈ ਤੇ ਕੋਈ ਗੁਰੂ ਦਾ ਕ੍ਰਿਸ਼ਮਾ ਹੈ, ਗੁਰੂ ਦੀ ਮਿਹਰ ਆ। ਇੱਥੋਂ ਸ਼ੁਰੂ ਕਰਕੇ ਵੱਡੀਆਂ ਬੁਲੰਦੀਆਂ ਹਾਸਲ ਕਰ ਸਕਦੇ। ਸੋ ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ। ਇਹ ਛੋਟੇ ਅਸੀਂ ਅਦਾਰੇ 'ਚ ਭਾਵੇਂ ਬੈਠੇ ਹੋਈਏ, ਜੇ ਸੋਚ ਵੱਡੀ ਹੋਵੇ ਤੇ ਰੱਬ ਗੁਰੂ ਮਹਾਰਾਜ ਵਾਹਿਗੁਰੂ ਵੱਡੇ ਰਸਤੇ ਕੱਢ ਦਿੰਦਾ ਹੈ, ਵੱਡੇ ਰਸਤੇ ਮਿਲ ਜਾਂਦੇ। ਸੋ ਇਹ ਸਾਰੀਆਂ ਗੱਲਾਂ ਨੇ ਸੁਰਿੰਦਰ ਸਿੰਘ ਜੀ ਜਿਹੜੀਆਂ ਗੱਲਾਂ ਕਰਕੇ ਗਏ ਨੇ, ਉਦੋਂ ਕੌਮ ਦਾ ਬਹੁਤ ਹੀ ਦਰਸਨਾਕ ਹਾਲ ਸੀ। ਬਿਹਾਰ ਤੇ ਬੰਗਾਲ, ਉਸ ਖਾਲਸਾ ਕੋਆਰਡੀਨੇਸ਼ਨ ਕਮੇਟੀ ਦੀ ਉਹਨਾਂ ਸਮਿਆਂ 'ਚ ਜੇ ਇੰਨੇ ਸਿਆਣੇ ਸੱਜਣ ਨਾ ਹੁੰਦੇ ਤੇ ਮੇਰੇ ਖਿਆਲ ਕਈ ਵਾਰੀ ਅਸੀਂ ਸਾਰੇ ਅਰੈਸਟ ਹੋ ਜਾਂਦੇ। ਉਹਦੇ ਵਿੱਚ ਬਹੁਤ ਹੀ ਸੂਝਵਾਨ ਦੂਰਦਰਸ਼ੀ ਸਰਦਾਰ ਹਰਨੇਕ ਸਿੰਘ ਅੱਜ ਵੀ ਆਏ ਨੇ। ਅੱਜ ਵੀ ਜਮਸ਼ੇਦਪੁਰ ਦੇ ਵਿੱਚ ਹੈ ਨੇ, ਸੇਵਾ ਕਰ ਰਹੇ ਔਰ ਉਹਨਾਂ ਦੇ ਨਾਲ ਸਰਦਾਰ ਸੁਰਿੰਦਰਪਾਲ ਸਿੰਘ ਜੀ ਬੁਖਾਰੋ ਵਾਲੇ। ਇੱਥੇ ਤੱਕ ਹੋਇਆ ਕਿ 84 ਤੋਂ ਬਾਅਦ 1994 ਮੇਰੇ ਖਿਆਲ 94 ਤੱਕ ਪਟਨਾ ਸਾਹਿਬ ਦੀ ਇਲੈਕਸ਼ਨ ਹੀ ਰੋਕ ਛੜੀ ਇੱਕ ਬੰਦੇ
ਕਾਂਗਰਸੀ ਲੀਡਰ ਸਨ ਜੋਗਿੰਦਰ ਸਿੰਘ ਜੀ ਜੋਗੀ, ਸਾਡੇ ਗੁਰਦੁਆਰਾ ਧੂੜਨਾਥ ਤੋਂ ਵੀ ਮੇਰੇ ਸਾਥੀ ਆਏ ਨੇ, ਸੋ ਇਹਨਾਂ ਦਾ ਵੀ ਸਵਾਗਤ। ਇਹ 10 ਸਾਲ ਲਗਾਤਾਰ ਪਟਨਾ ਸਾਹਿਬ ਦੀ ਇਲੈਕਸ਼ਨ ਰੁਕੀ ਰਹੀ, ਉਦੋਂ ਲਾਲ ਪਟਨਾ ਸਾਹਿਬ ਤੱਕ ਪਹੁੰਚੇ। ਸੋ ਇਹ ਸਤਿਗੁਰੂ ਰਾਹ ਬਖਸ਼ਦਾ ਹੈ। ਅੱਜ ਖਾਲਸਾ ਸੈਂਟਰ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਡੇ ਬਜ਼ੁਰਗਾਂ ਦੀ ਦੇਣ ਆ। ਇਸ ਇਲਾਕੇ ਦੀ ਦੇਣ ਜਿਹੜੀ ਹੈ ਨਾ, ਇਹ ਸਰਦਾਰ ਸੱਜਣ ਸਿੰਘ, ਜਿਹੜੀ ਗੱਲ ਸੁਰਿੰਦਰ ਸਿੰਘ ਨੇ ਕੀਤੀ ਆ, ਇਹ 1992 ਚ ਬਣੀ ਖਾਲਸਾ ਸੈਂਟਰ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਇਹਦੇ ਪਹਿਲੇ ਪ੍ਰਧਾਨ ਬਣੇ ਸਰਦਾਰ ਸੱਜਣ ਸਿੰਘ ਜੀ। ਇਹ ਬਲਪੁਰ ਇਲੈਕਸ਼ਨ ਹੋਈ ਔਰ ਉਹਨਾਂ ਦੇ ਨਾਲ ਗੁਰਬੀਰ ਸਿੰਘ ਜੀ ਜਨਰਲ ਸੈਕਟਰੀ ਬਣੇ। ਉਸ ਤੋਂ ਬਾਅਦ 3 ਸਾਲ ਬਾਅਦ ਉਹਦੀ ਫਿਰ ਇਲੈਕਸ਼ਨ ਹੋਈ, ਪ੍ਰਧਾਨ ਸਾਹਿਬ ਉਹੀ ਰਹੇ, ਜਨਰਲ ਸੈਕਟਰੀ ਦੀ ਸੇਵਾ ਮੈਨੂੰ ਮਿਲੀ। ਮੈਂ ਕਹਿੰਦਾ ਵੀ ਉਹ ਜਿਹੜੇ ਵਿਅਕਤੀ ਸਨ, ਉਹਨਾਂ ਦਾ ਵਿਅਕਤਿਤਵ ਜਿਹੜਾ ਇਹਨਾਂ ਆਪਣੀ ਤਰਫੋਂ, ਆਪਣੇ ਸਾਥੀਆਂ ਦੀ ਤਰਫੋਂ, ਜਿਹੜੀਆਂ ਵੀ ਜਥੇਬੰਦੀਆਂ 'ਚ ਅਸੀਂ ਹੈਗੇ ਉਹਦੀ ਤਰਫੋਂ, ਖਾਸ ਕਰਕੇ ਗੁਰੂ ਦੇ ਚਰਨਾਂ ਦਾ ਧਿਆਨ ਕਰਕੇ ਮੈਂ ਇਹ ਗੁਰੂ ਦੇ ਅੱਗੇ ਬੇਨਤੀ ਤੇ ਅਰਦਾਸ ਬੇਨਤੀ ਵੀ ਕਰਦਾ ਕਿ ਜੇ ਕੋਈ ਸ਼ੁਰੂਆਤ ਚੰਗੀ ਹੋਈ ਆ ਤੇ ਸਤਿਗੁਰੂ ਉਹਦੇ ਚੰਗੇ ਨਤੀਜੇ ਬਖਸ਼ਣ, ਔਰ ਆਉਣ ਵਾਲੇ ਸਮੇਂ 'ਚ ਇਹ ਵਿਹੜਾ, ਇਹ ਜਿਹੜਾ ਸਾਡਾ ਏਕਾ ਹੈ, ਇਹਦਾ ਹੋਰ ਵੱਡਾ ਕਲਾਵਾ ਹੋਵੇ, ਹੋਰ ਵੱਡਾ ਵਿਹੜਾ ਹੋਵੇ। ਔਰ ਜਿਹੜੇ ਕੋਈ ਗਲਤ ਲੋਕ ਨੇ ਜਿਨ੍ਹਾਂ ਦੀ ਗੱਲ ਕੀਤੀ ਆ, ਜਦੋਂ ਇਕੱਠੇ ਹੋ ਕੇ ਤੁਰ ਪਈਏ ਨਾ, ਤੇ ਜਿਨ੍ਹਾਂ ਦੀ ਗਲਤੀ ਹੁੰਦੀ ਆ ਜਾਂ ਜਿਹੜੇ ਸਿਰਫ ਲੱਭ ਤੇ ਲੋਕ ਵਾਸਤੇ ਪੋਸਟਾਂ 'ਤੇ ਆਉਂਦੇ ਨੇ, ਉਹਨਾਂ ਦੀਆਂ ਲੱਤਾਂ ਪਹਿਲਾਂ ਹੀ ਕੰਮਣ ਡੈ ਪਈਆਂ। ਇਸ ਕਰਕੇ ਕੋਈ ਬਹੁਤ ਵੱਡਾ ਮੈਟਰ ਨਹੀਂ ਹੈਗਾ। ਅਸੀਂ ਇੱਕ ਅੱਧੀ ਵਾਰ ਹੋਰ ਬੈਠਾਂਗੇ ਤੇ ਇਹ ਸਾਰੇ ਜਿਹੜੇ ਮੁੱਦੇ ਹੈਗੇ ਆ, ਤੁਹਾਡੇ ਦੁਰਗਾਪੁਰ ਦੇ ਹੋਏ ਜਾਂ ਕਿਸੇ ਹੋਰ ਜਗ੍ਹਾ 'ਤੇ ਹੋਏ, ਉਹ ਹੱਲ ਕਰਨੇ ਸਿੱਖਾਂ ਵਾਸਤੇ, ਸਾਡੇ ਸਾਰਿਆਂ ਵਾਸਤੇ ਕੋਈ ਵੱਡੀ ਗੱਲ ਨਹੀਂ ਆ। ਗੁਰੂ ਦੀ ਮਿਹਰ ਨਾਲ ਸਾਰੇ ਹੋ ਜਾਣਗੇ ਔਰ ਬਹੁਤ ਵੱਡੇ ਵੱਡੇ ਮਸਲੇ ਹੱਲ ਹੋਏ ਵੀ ਹੈ ਇਸ ਤਰ੍ਹਾਂ। एक पिता एक कस के हम भाई, अव्वल लहरा रूप पाया, कुदरत के सब बंदे एक नूर में सब जग उपजया और लगे कौन बन गए। आसरा आसनसोल सेंटर गुरद्वारा प्रबंधक कमेटी ਅਤੇ ਸਿੱਖ ਵੈਲਫੇਅਰ ਸੁਸਾਇਟੀ ਦਾ ਜਿਹੜਾ ਮੰਤਰੀ ਮੀਟਿੰਗ ਹੁੰਦੀ ਸੀ, ਉਹਦੇ ਨਾਲ ਹੋਰ ਵੀ ਉਪਰਾਲੇ ਵਧਾਏ ਗਏ ਨੇ, ਜਿਹਦੇ ਵਿੱਚ ਅੱਜ ਖਾਲਸਾ ਸੈਂਟਰ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੌਹਲ ਸਾਹਿਬ, ਉਹਨਾਂ ਦੀ ਪੂਰੀ ਟੀਮ ਬੀਟਾ ਵਿੱਚ ਦਸਨ ਭਾਈ ਜਾਂ ਭੋਲਾ ਭਾਈ ਦਾ ਮਤਲਬ ਕੋਈ ਸਮਾਇਆ ਉਹਨਾਂ ਦਾ ਜੀ ਆਇਆਂ ਨੂੰ। ਅੱਗੋਂ ਸਾਡੇ ਵੀ ਜਿਹੜੇ ਕਮੇਟੀ ਦੇ ਪੁਰਾਣੇ ਜਿਹੜੇ ਮੈਂਬਰ ਨੇ, ਇੱਥੇ ਸਾਡੀ ਆਸਨਸੋਲ ਸੈਂਟਰ ਗੁਰਦੁਆਰਾ ਪ੍ਰਬੰਧਕ ਕਮੇਟੀ 2015 ਚ ਬਣੀ ਸੀ। 2021 ਵੀ ਅਤੇ 1 ਅਪ੍ਰੈਲ ਨੂੰ ਸਰਦਾਰ ਮਨਜੀਤ ਸਿੰਘ ਜੀ ਸਿੱਧੀ ਸੰਗਤ ਦੀ ਅਗਵਾਈ ਬਣੀ ਸੀ ਇੱਥੇ। ਤੋਂ ਅੱਜ 2-2.5 ਸਾਲ ਹੋ ਚੱਲੇ ਨੇ, ਸਾਰੇ ਮੈਂਬਰ ਫਿਰ ਇਕੱਠੇ ਹੋਏ ਆ, ਸਾਰੇ ਦਾ ਅਸੀਂ ਜੀ ਆਇਆਂ ਨੂੰ ਕਰਦੇ ਹਾਂ। ਤੋਂ ਇਹਦੇ ਵਿੱਚ ਜਿਹੜੇ ਵੀ ਸਾਡੇ ਮੈਂਬਰ ਆਏ ਹੋਏ ਹਨ, ਇਹਦੇ 'ਚ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਮਸਕੀਨ ਜੀ ਦੀ ਕਹਾਵਤ ਹੁੰਦੀ ਸੀ ਕਿ ਗੁਰੂ ਘਰ ਜਿੱਥੇ ਧਰਮ ਹੋਵੇ ਉੱਥੇ ਰਾਜਨੀਤੀ ਨਾ ਹੋਵੇ, ਜਿੱਥੇ ਰਾਜਨੀਤੀ ਹੋਵੇ ਉੱਥੇ ਧਰਮ ਨਾ ਹੋਵੇ। ਤਾਂ ਉਹਨਾਂ ਨੇ ਆਖਿਆ ਸੀ ਧਰਮ ਦੇ ਅੰਦਰ ਰਾਜਨੀਤੀ ਨਾ ਪਾਓ, ਉਹਦੇ ਨਾਲ ਨੁਕਸਾਨ ਹੁੰਦਾ ਹੈ। ਤਾਂ ਰਾਜਨੀਤੀ ਦੇ ਅੰਦਰ ਧਰਮ ਪਾਓਗੇ, ਰਾਜਨੀਤੀ ਤੁਸੀਂ ਇਤਿਹਾਸ ਪੜ੍ਹੋਗੇ ਤਾਂ ਰਾਜਨੀਤਿਕ ਦੇ ਇਤਿਹਾਸ ਵਿੱਚ ਰਾਜਿਆਂ ਨੇ ਆਪਣੇ ਮੇਰੇ ਪਿਓ ਬੱਚਿਆਂ ਨੂੰ ਜੇਲ੍ਹ 'ਚ ਪਵਾਤਾ ਸੀ। ਪਰ ਅੱਜ ਦੀ ਡੇਟ 'ਚ ਗੁਰੂ ਘਰ ਦੇ ਅੰਦਰ ਜ਼ਿਆਦਾਤਰ 80% ਗੁਰੂ ਘਰ ਦੇ ਅੰਦਰ ਰਾਜਨੀਤੀ ਜ਼ਿਆਦਾ ਆ ਗਈ, ਜਿਹਦੇ ਚਲਦੇ ਸਾਡਾ ਆਪਸ ਦਾ ਟਕਰਾਓ ਜਾਂ ਦੂਰੀਆਂ ਜਾਂ ਵਿਚਾਰਾਂ 'ਚ ਬੜੀਆਂ ਦੂਰੀਆਂ ਪਈਆਂ ਨੇ। ਅੱਜ ਅਸੀਂ ਗੁਰੂ ਦੀ ਹਜ਼ੂਰੀ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਨੂੰ ਪ੍ਰੋਮਿਸ ਕੀਤਾ ਹੈ ਕਿ ਅਸੀਂ ਇਕੱਠੇ ਹੋ ਕੇ ਸਮਾਜ ਦਾ, ਕੌਮ ਦਾ ਕੋਈ ਵੀ ਕੰਮ ਕਰਾਂਗੇ। ਇਹਦੇ ਵਾਸਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਵਕਤ ਕੱਢ ਕੇ ਆਏ ਹਨ। ਉਹਦੇ ਨਾਲ ਨਾਲ ਯੂਨੀਫਾਰਮ ਸਿਵਲ ਕੋਡ UCC ਜਿਹੜਾ ਆਪਣਾ ਸੈਂਟਰ ਗਵਰਨਮੈਂਟ ਨੇ ਕੱਢਿਆ ਹੈ, ਉਹਦੀ ਵੀ ਪੂਰੇ ਵਰਲਡ ਵਿੱਚ ਸਿੱਖ ਕਮਿਊਨਿਟੀ ਤਰਫੋਂ ਜਾਂ ਹੋਰ ਕਮਿਊਨਿਟੀ ਤਰਫੋਂ ਨਿੰਦਾ ਹੋ ਰਹੀ ਹੈ, ਕਿਉਂਕਿ ਸੈਂਟਰ ਗਵਰਨਮੈਂਟ ਨੇ ਜਿਹੜਾ ਯੂਨੀਫਾਰਮ ਸਿਵਲ ਕੋਡ ਕੱਢਿਆ ਹੈ, ਉਹਦੇ 'ਚ ਜਿਹੜਾ ਡਰਾਫਟ ਹੈ ਕਿਸੇ ਵੀ ਸਿੱਖ ਕਮਿਊਨਿਟੀ ਨੂੰ ਨਹੀਂ ਦਿੱਤਾ ਗਿਆ ਹੈ। ਸਾਨੂੰ ਡਿਟੇਲ ਜਾਣਕਾਰੀ ਨਹੀਂ ਹੋ ਰਹੀ ਹੈ। ਜਿਸ ਤਰ੍ਹਾਂ ਆਨੰਦ ਕਾਰਜ ਐਕਟ ਲਾਗੂ ਤਾਂ ਹੋ ਗਿਆ ਹੈ, ਉਹਦੇ ਨਾਲ ਸਾਨੂੰ ਸਰਟੀਫਿਕੇਟ ਮਿਲ ਜਾਏਗਾ ਮੈਰਿਜ ਦਾ, ਪਰ ਡਿਵੋਰਸ ਵਾਸਤੇ ਸਾਨੂੰ ਹਿੰਦੂ ਐਕਟ 'ਚ ਜਾਣਾ ਪੈ ਰਿਹਾ ਹੈ। ਉਹਦੇ ਸਾਡੇ 'ਚ ਆਨੰਦ ਕਾਰਜ ਐਕਟ ਵਿੱਚ ਡਿਵੋਰਸ ਦਾ ਕੋਈ ਥਾਂ ਨਹੀਂ ਬਣਿਆ। ਦੂਸਰਾ ਨੰਬਰ, ਅਸੀਂ ਸੈਂਟਰ ਗਵਰਨਮੈਂਟ ਬੇਨਤੀ ਕਰਾਂਗੇ ਕਿ ਜਿਹੜਾ ਵੀ ਉਹਨਾਂ ਨੇ UCC ਕੋਡ ਬਣਾਇਆ ਹੈ, ਯੂਨੀਫਾਰਮ ਸਿਵਲ ਕੋਡ 1925 ਵਿੱਚ ਸਾਡੀ ਸਿੱਖ ਕਮਿਊਨਿਟੀ ਦੀ ਅੰਗਰੇਜ਼ਾਂ ਨਾਲ ਗੱਲਬਾਤ ਹੋਈ ਸੀ। ਉਹਨਾਂ ਨੇ ਆਖਿਆ ਸੀ ਠੀਕ ਹੈ, ਜਿਸ ਤਰ੍ਹਾਂ ਤੁਹਾਡੀ ਸਰਕਾਰ ਨੇ ਜੋ ਵੀ ਹੈ ਉਹ ਡਿਟੇਲਸ ਰਹੇਗਾ। 1953 ਚ ਨਹਿਰੂ ਜੀ ਨਾਲ ਮਾਸਟਰ ਤਾਰਾ ਸਿੰਘ ਜੀ ਹਰਾਂ ਨੇ ਆਪਸ 'ਚ ਐਗਰੀਮੈਂਟ ਕੀਤਾ ਸੀ ਕਿ ਸਾਡੇ ਜਿਹੜੇ ਕਾਕਾ ਨੇ, ਸਾਡਾ ਜਿਹੜਾ ਗੌਡ ਹੈ ਸਿੱਖ ਧਰਮ ਦਾ, ਉਹਦੇ ਨਾਲ ਜਦ ਤੱਕ ਸ਼੍ਰੋਮਣੀ ਕਮੇਟੀ ਨਾ ਚਾਹੇ
कोई दूजा बंदा जिक्र में नहीं कर सकता। इस तरह PTC चैनल लैके उन्हें आप पार्टी ने दखलअंदाजी की है या हम UCC कर रहे हैं, तो मेरी बेनती है कल साढ़े सिख कमेटी को ड्राफ्ट दिता जाए, क्योंकि कल ही मेरी परमजीत सिंह राणा नाल मेरी गल हो रही थी, उन्होंने मक्कर साहब ने बकात फोन साढ़े कोई बयान नहीं आया है। उसी आज साढ़े को इस इलाके के कम से कम 20 गुरुद्वारा प्रबंधक कमेटी इकट्ठिया हुई ने, तो सारे के सहयोग के नाल सारी एक आवाज़ नाल असीं सेंट्रल गवर्नमेंट को बेनती करांगे जिहड़ा ड्राफ्ट है कल सिख कमेटी को दिता जाए, श्रोमणी कमेटी अकाल तक च दिता जाए, उत्तों जिहड़ी चेंज करनी है की करना है, कि वो की सही है की गलत है, उत्तों पहले उन्होंने हुक्म लैके अगवाई लैके वो पहले पास करा तो सिख कौम उत्ते लागू करने की कोशिश करन। यह मेरी बेनती है। ਉਹਦੇ ਨਾਲ जिन्ने भी इतने गुरद्वारा प्रबंधक कमेटी आए मेरे पानी बलजीत सिंह जी ने दर्शन भाई ने या साढ़े बलंदर प्रताप सिंह की वीर जी राजा वीर जी जिन्ने भी साढ़े बुलावे च आए हैं सारे हमेशा साढ़े नाल पहलों भी सी आसो सोच सकता प्रबंधक कमेटी अगों भी साढ़े नाल रहणगे। बाकी ਜਿਹੜੇ ਇਲਾਕੇ 'ਚ ਕਈ ਗਲਤਫਹਿਮੀਆਂ ਪਾ ਰਹੇ ਨੇ ਜਾਂ ਗਲਤ ਸਾਡੀ ਸਿੱਖ ਕੌਮ ਦਾ ਰਾਜਨੀਤੀ ਕਰਨ ਨੁਕਸਾਨ ਕਰ ਰਹੇ ਨੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਜਿਸ ਤਰ੍ਹਾਂ ਹਰਪਾਲ ਭਾਈ ਨੇ ਆਖਿਆ ਵਾਹਿਗੁਰੂ ਹੈ ਬੰਦਾ ਐਕਰ ਕਰੇ ਸੋ ਐਕਰ ਪਾਏ ਉਹਨੇ ਆਪਣੇ ਕਿਸੇ ਖਾਏ ਬੰਦਾ ਮੁੱਲਾ कीजे च लंबी कदम निहारी 2 मिनट की चौधरगिरी लैन वास्ते इससे कौम का गुरु करना पछाण करना उन्होंने अंदाजा नहीं कि अगों जब साढ़े नाल की वरतेगा पाना उन्होंने कोई भी हो इस तरह ना नहीं लै रहे गुरु घर जिस तरह अज किसी साइकिल चलाने नहीं जाते साइकिल तो गिरा देगा, बाइक चलाना नहीं जानता बाइक तो गिरा देगा, किसी को हैलीकॉप्टर चलाने का हैलीकॉप्टर चलाएगा तो एक्सीडेंट कर देगा। तो गुरु का नाम सेवादार अमृतधारी को सिख होवे जो आप भी आपको साढ़ा सही होगा, कौम का भी भला होगा, आप सारी संगत का ही भला होगा। यदि आपको साढ़ा शराबी कबाबी मकाल होगा गलत होगा तो कौम का भी भला करेगा। ये मेरी हाथ जोड़ के बेनती है जेड़े जेड़े गुरु कराने मुख सेवादार ने गुरु वाले नहीं बने उन्हें भी अमृत संचार करके गुरु वाला बन के सिख कौम का समाज का, क्योंकि सारे गुरुओं ने इन्हीं कुर्बानियाँ दी हैं। इन पुत्रन के सिर पर सुहवाद के सुख चार हुए तो क्या हुआ जीवन कई हजार। तो साढ़े गुरु तेग बहादुर साहब गुरु गोबिंद सिंह गुरु अर्जन देव जी साहब इन्हें शहीद किया असं उन्होंने याद करके उन्होंने गुरु ग्रंथ साहब को डर के कौम का समाज का जिन्ना वक्त असीं भला करी एक दूजे की कंधा ला के एक दूजे का नुकसान करके किन्नी देर में सिखाया 100 साल 2 साल 5 साल जगी तो दान होना है, क्योंकि हर बंदे का कर्मा का भुगत भुगत्या जाता है, क्योंकि धर्म ना जब लेखा मांगे क्या मुँह लैके जाएगा। तो मेरी बेनती है एक खाली जोरावर सिंह जी होर 2 बंदे जो है उन्होंने बोलना है, वो बोलने के बाद जो चालक करने के बाद सिंह होटल सारे लंगर छक के जाने मेरी बेनती है। बहुत चंगा काम कर रही है। उन्होंने साड़ी बहुत हेल्प की 3 साल पहले हमने साड़ी कमेटी ने उनको आसनसोल जेल पार्टी संगत में उन्होंने इसलिए लिखा है कि गुरुद्वारा सानू बनना है साडा जो गुरुद्वारा बनना है गुरुद्वारे के निर्माण के कंस्ट्रक्शन के जो भी जरूरत पड़ा जो जरूरत पड़ा उन्होंने है चीज देख के जब मैं कमेटी में जुड़िया मैं पहले तो कमेटी में जुड़िया सी किंतु यह काम देख के मैं बहुत चंगा लगा। और एक गल लिखी है साढ़े सीनियर ने जैसा क्या है कि सानू एक प्लेटफॉर्म चाहना, क्योंकि मैं बहुत छोटा है, क्योंकि मैं तो बहुत बड़े बड़े और एजुकेटेड बंदे ऐसे हैं। उन्होंने एक तो बहुत चंगा एक कहावत लिखी है यूनाइटेड वी स्टैंड डिवाइडेड वी फॉल। वो गल एकदम सही है, जो बंदा जिस काम से योग्य है उन्होंने कोई कम नहीं। यदि वो दूसरा काम करेगा वो खुद का नुकसान करेगा, समाज का नुकसान करेगा, जो काम उन्हें दिया गया पूरा नुकसान करेगा। तो यह गल कह के और एक गल लिखी है असं सेंटर कमेटी के ना लेना और उन्होंने काम को बहुत असं प्रभावित है। साढ़े 3 उन्होंने बहुत धन्यवाद करती की है। और एक गल है कि यूनिफॉर्म सिविल कोड जो साढ़े सेक्टर में हमने क्या है कि जो ड्राफ्ट आंदा है यूनिफॉर्म सिविल कोड के बारे में थोड़ा एक चीज़ बोलना चाहना है। सबसे पहले यूनिफॉर्म सिविल कोड है कि यूनिफॉर्म सिविल कोड एक नियम होता है, कानून होता है। और तहत आर्टिकल 44 जो है सारा संविधान का आर्टिकल है जिसके तहत क्या गया है कि सारे नागरिक जो है भारत देश सब एक कानून बने। सही गल है भाई, उन्होंने क्या है
किंतु आर्टिकल 25, 26, 27 and 28 sorry 26, 27, 28 ਇਹ ਆਰਟੀਕਲ ਸਾਨੂੰ ਸਾਡਾ ਰਿਲੀਜੀਅਸ ਫ੍ਰੀडम ਵੀ ਦਿੰਦਾ ਹੈ। मतलब ਅਸੀਂ खुद ਦਾ ਅਭਿਆਸ ਹੋਏਗਾ खुद निर्णय कर ले सकते वो भी और सिविल कोड से होना चाहिए। आपके सपनों के घर को और सुंदर बनाने के लिए यूनिक डेकोर और यूनिक सैनिटेशन लेकर आया है एक कंप्लीट बाथरूम डेस्टिनेशन शोरूम। एक से एक डिजाइन और टिकाऊ सामान, नल, पाइप, कंप्लीट बाथरूम सेट किफायती दामों में। जैकवार, एस्को, प्राजो, आर्टिज के ब्रांड उपलब्ध हैं। हमारा पता यूनिक डेकोर, पार्वती शॉपिंग आर्केड, शॉप नंबर 4 एंड 44 GT रोड, आश्रम मोड़, आसनसोल। दूसरा पता यूनिक सैनिटेशन 82 NS रोड, आसनसोल। संपर्क नंबर 9434042476 03 4123 00062।